ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪ ਸਭ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਿਧਾਂਤਾਂ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਦ੍ਰਿਸ਼ਟੀਕੋਣ ਦੀ ਗੱਲ ਕੀਤੀ ਜਾਂਦੀ ਹੈ। ਔਰ ਸਿੱਖ ਦ੍ਰਿਸ਼ਟੀਕੋਣ ਦੀ ਗੱਲ ਕਰਨ ਲਈ, ਸਿੱਖ ਫਲਸਫੇ ਦੀ ਗੱਲ ਕਰਨ ਲਈ, ਸਿੱਖ ਸਿਧਾਂਤਾਂ ਦੀ ਗੱਲ ਕਰਨ ਲਈ ਸਿੱਖ ਲਿਟਰੇਚਰ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ। ਔਰ ਖਾਸ ਤੌਰ ਦੇ ਉੱਤੇ ਉਹ ਅਨੁਭਵੀ ਪੁਰਸ਼ ਜਿਹੜੇ ਸਾਡੇ ਇਤਿਹਾਸ ਦਾ ਹਿੱਸਾ ਬਣ ਗਏ, ਜਿਨ੍ਹਾਂ ਨੇ ਰਹਿਤ ਮਰਿਆਦਾ ਨੂੰ ਫਲਸਫੇ ਦਾ ਜ਼ਹਿਰਾ ਰੂਪ ਜਾਣ ਕੇ ਹੰਡਾਇਆ, ਪਰਪੱਕ ਰਹਿਤ ਮਰਿਆਦਾ, ਜਿਨ੍ਹਾਂ ਨੇ ਜੀਵਨ ਜੀਵਿਆ, ਆਪਣੇ ਅਨੁਭਵ ਦੇ ਵਿੱਚ ਸਿੱਖ ਫਲਸਫੇ ਨੂੰ ਮਹਿਸੂਸ ਕੀਤਾ, ਉਹਨਾਂ ਦੀ ਗੱਲ ਵੀ ਕੀਤੀ ਜਾਂਦੀ ਹੈ। ਉਹਨਾਂ ਦੀ ਜੀਵਨ ਤੋਂ ਸੇਧ ਲੈ ਕੇ ਸਿੱਖ ਫਲਸਫੇ ਦੀਆਂ ਕੁਛ ਉਹ ਤੰਦਾਂ ਜੋੜੀਆਂ ਜਾਂਦੀਆਂ ਨੇ, ਜਿਹੜੀਆਂ ਤੰਦਾਂ ਤੋਂ ਅੱਜ ਅਸੀਂ ਮੁਨਕਰ ਹੁੰਦੇ ਜਾ ਰਹੇ ਹਾਂ। ਅੱਜ ਖਾਸ ਤੌਰ 'ਤੇ ਮੈਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਕਿਤਾਬ ਅਣਡਿੱਠੀ ਦੁਨੀਆ, ਉਹਦਾ ਇੱਕ ਚੈਪਟਰ ਆਪ ਸਭ ਨਾਲ ਸਾਂਝਾ ਕਰਨਾ ਹੈ। ਔਰ ਜਿਹੜਾ ਚੈਪਟਰ ਮੈਂ ਸਾਂਝਾ ਕਰਨ ਜਾ ਰਿਹਾ, ਉਹ ਚੈਪਟਰ ਦਾ ਨਾਮ ਭਾਈ ਸਾਹਿਬ ਨੇ ਰੱਖਿਆ ਹੈ ਗੁਰ ਕੇ ਬਚਨ ਕੱਟੀ ਜੰਮ ਫਾਸੀ। ਗੁਰੂ ਦੇ ਬਚਨਾਂ ਨਾਲ, ਗੁਰਬਾਣੀ ਨਾਲ ਜੁੜ ਕੇ, ਗੁਰੂ ਦੇ ਬਚਨਾਂ ਨਾਲ ਜੁੜ ਕੇ, ਗੁਰੂ ਦੇ ਸਿਧਾਂਤ ਨਾਲ ਜੁੜ ਕੇ, ਗੁਰੂ ਦੇ ਨਾਮ ਨਾਲ ਜੁੜ ਕੇ ਗੁਰ ਕੇ ਬਚਨ ਕੱਟੀ ਜੰਮ ਫਾਸੀ, ਜਮਾਂ ਦੀ ਫਾਸੀ ਕੱਟੀ ਜਾਂਦੀ ਹੈ। ਗੁਰਬਾਣੀ ਦਾ ਸਿਧਾਂਤ ਹੈ, ਸਿੱਖ ਫਲਸਫੇ ਦੀ ਗੱਲ ਹੈ। ਇਹ ਅਣਡਿੱਠੀ ਦੁਨੀਆ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਲਿਖੀ ਹੋਈ ਕਿਤਾਬ, ਉਹਦਾ ਇੱਕ ਚੈਪਟਰ ਹੈ। ਔਰ ਭਾਈ ਸਾਹਿਬ ਲਿਖਦੇ ਨੇ ਕਿ ਉਹਨਾਂ ਦਾ ਇੱਕ ਤਾਏ ਜਾਇਆ ਯਾਨੀ ਕਿ ਤਾਏ ਦਾ ਪੁੱਤ ਭਰਾ ਲੱਗਿਆ। ਤਾਏ ਜਾਇਆ, ਉਹਦਾ ਨਾਮ ਟੇਕ ਸਿੰਘ ਸੀ, ਤੇ ਜਦੋਂ ਅਲੜ ਵਰੇਸ ਸੀ ਉਦੋਂ ਹੀ ਮਾੜੀ ਸੰਗਤ 'ਚ ਪੈ ਗਿਆ। ਕੁਸੰਗਤ ਸ਼ਬਦ ਵਰਤਿਆ ਭਾਈ ਸਾਹਿਬ ਨੇ। ਕੁਸੰਗਤੀਆਂ ਦੀ ਸੰਗਤ 'ਚ ਬੈਠ ਕੇ ਮਾੜੇ ਵਿਚਾਰਾਂ ਵਾਲਾ ਬਣ ਗਿਆ, ਮਾੜੇ ਵਿਚਾਰਾਂ ਵਾਲਾ ਬਣ ਗਿਆ, ਰੱਬ ਵੱਲੋਂ ਨਾਸਤਿਕ ਹੋ ਗਿਆ, ਨਸ਼ਾ ਪੱਤਾ ਕਰਨ ਲੱਗ ਪਿਆ, ਤੰਗ ਵੀ ਕਰਨ ਲੱਗ ਪਿਆ ਲੋਕਾਂ ਨੂੰ ਆਲੇ ਦੁਆਲੇ। ਜਦੋਂ ਰੱਬ ਦਾ ਡਰ ਨਾ ਰਹੇ, ਮੌਤ ਦਾ ਡਰ ਨਾ ਰਹੇ, ਤੇ ਫਿਰ ਮਨੁੱਖ ਦੇ ਪੱਲੇ ਤਾਕਤ ਹੋਵੇ ਨਾ, ਤਾਂ ਬੇਮਹਾਰਾ ਹੋ ਜਾਂਦਾ। ਫਿਰ ਜੋ ਮਨ ਆਉਂਦਾ ਕਰਦਾ ਆ, ਕਿਸੇ ਦਾ ਦੁੱਖ ਨਹੀਂ ਦੇਖਦਾ। ਫਿਰ ਤੇ ਉਹ ਕਹਿੰਦੇ ਵੀ ਸਾਡੇ ਤਾਏ ਜਾਇਆ ਭਾਈ ਟੇਕ ਸਿੰਘ ਦਾ ਵਿਹਾਰ ਇਹੋ ਜਿਹਾ ਹੋ ਗਿਆ, ਨਾਸਤਿਕ ਬਿਰਤੀ ਬਣ ਗਈ ਉਹਦੀ, ਟਿਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਾਮ ਜਪਣ ਵਾਲਿਆਂ ਨੂੰ। ਪਰ ਕੁਸੰਗਤ 'ਚ ਪਿਆ ਸੀ, ਨਸ਼ੇ ਪੱਤੇ 'ਚ ਪਿਆ ਸੀ, ਸ਼ਰਾਬੀ ਕਬਾਬੀ ਹੋ ਗਿਆ ਸੀ, ਵਕਾਰਾਂ ਵਿੱਚ ਗੁਲਤਾਨ ਹੋ ਗਿਆ ਸੀ। ਤੇ ਜਦੋਂ ਬੰਦਾ ਸ਼ਰਾਬੀ ਕਬਾਬੀ ਹੋਵੇ, ਵਕਾਰਾਂ 'ਚ ਗੁਲਤਾਨ ਹੋਵੇ, ਆਪ ਮਹਾਰਾ ਤੁਰਦਾ ਹੋਵੇ, ਸਮੇਂ ਸਿਰ ਖਾਣਾ ਨਹੀਂ, ਸਮੇਂ ਸਿਰ ਬੈਠਣਾ ਨਹੀਂ, ਸਮੇਂ ਸਿਰ ਟਿਕਣਾ ਨਹੀਂ, ਜਦੋਂ ਆਦਤਾਂ ਇੰਨੀਆਂ ਮਾੜੀਆਂ ਹੋ ਜਾਣ, ਤਾਂ ਸਭ ਤੋਂ ਪਹਿਲਾਂ ਅਸਰ ਵਿੱਚ ਸਰੀਰ 'ਤੇ ਹੁੰਦਾ ਹੈ, ਰੂਹ 'ਤੇ ਤਾਂ ਅਸਰ ਹੋਣਾ ਹੀ ਹੁੰਦਾ ਹੈ। ਉਹ ਤਾਂ ਅਸੀਂ ਦੇਖਦੇ ਨਹੀਂ, ਸਾਡੀ ਸਮਝ 'ਚ ਹੀ ਨਹੀਂ ਆਉਂਦਾ ਜਦ ਤੱਕ ਅਨੁਭਵ ਨਾ ਜਾ ਕੇ। ਰੂਹ ਦਾ ਅਸਰ ਕਿੰਨਾ ਹੁੰਦਾ ਉਹ ਤਾਂ ਸਮਝ ਆਉਂਦਾ ਨਹੀਂ। ਮਾਨਸਿਕ ਵਿਕਾਰ ਜਿਹੜੇ ਨੇ ਉਹ ਵੀ ਦਿਸਦੇ ਨਹੀਂ, ਪਰ ਸਰੀਰ ਦਾ ਅਸਰ ਦਿਖਣ ਲੱਗ ਪੈਂਦਾ। ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਲਿਖਦੇ ਨੇ ਕਿ ਜਵਾਨੀ ਦੇ ਵਿੱਚ ਹੀ ਉਹਨੂੰ ਹੋਰ ਕਈ ਅਲਾਮਤਾਂ ਦੇ ਨਾਲ ਨਾਲ ਤਪਦੀਕ ਦੀ ਬਿਮਾਰੀ ਨੇ ਵੀ ਘੇਰ ਲਿਆ। ਤਪਦੀਕ, ਉਸ ਬਿਮਾਰੀ ਨੇ ਵੀ ਉਹਨਾਂ ਨੂੰ ਘੇਰ ਲਿਆ, ਤੇ ਡਾਢਾ ਜਵਾਨੀ 'ਚ ਹੀ ਡਾਢਾ ਤੰਗ ਹੋ ਗਿਆ। ਇੰਨਾ ਤੰਗ ਹੋਇਆ ਬਿਮਾਰੀਆਂ 'ਚ ਫਸ ਕੇ, ਜਵਾਨੀ ਉੱਧਰੋਂ ਜਵਾਨੀ ਜਦੋਂ ਢਲਣ ਵਾਲੀ ਹੈ, ਉਹ ਨਾਲ ਨਾਲ ਬਿਮਾਰੀਆਂ, ਨਸ਼ਿਆਂ ਪੱਤਿਆਂ ਕਰਕੇ, ਸ਼ਰਾਬਾਂ ਕਬਾਬਾਂ ਕਰਕੇ ਨਾਲ ਬਿਮਾਰੀਆਂ ਵੀ ਆ ਗਈਆਂ, ਤੇ ਮਰਨ ਹਾਕਾ ਹੋ ਗਿਆ। ਤੇ ਮਰਨ ਹਾਕਾ ਹੋਇਆ ਤੇ ਕੁਕਰਮ ਕੀਤੇ ਵੀ ਯਾਦ ਆਉਂਦੇ ਨੇ। ਫਿਰ ਅੰਦਰੋਂ ਡਰ ਪੈਦਾ ਹੁੰਦਾ ਹੈ, ਤੇ ਉਹ ਬੈਠਕ 'ਚ ਲੰਮਾ ਪਿਆ, ਮਰਨ ਹਾਕਾ ਹੋਇਆ ਜਦੋਂ ਆਪਣੀ ਕਿਰਿਆ ਆਪ ਸਾਧਨ ਜੋਗਾ ਵੀ ਪੂਰੀ ਤਰ੍ਹਾਂ ਨਹੀਂ ਰਿਹਾ, ਤੇ ਜਦੋਂ ਲੰਮਾ ਪੈਂਦਾ ਤੇ ਬਨੇਰੇ ਵਾਲ ਦੇਖ ਕੇ ਕਹਿੰਦਾ ਮੈਨੂੰ ਜਮਦੂਤ ਲੈਣਾ ਗਾ। ਚੀਕਾਂ ਮਾਰਦਾ ਹੈ, ਕਹਿੰਦਾ ਹੈ ਕਿ ਜਮਦੂਤ ਮੈਨੂੰ ਦੰਦੀਆਂ ਕੱਢ ਦਿਖਾਉਂਦੇ ਨੇ, ਤੈਨੂੰ ਖਾਣਾ ਬਈ, ਹੁਣ ਤੇਰਾ ਸਮਾਂ ਆ ਗਿਆ, ਤੈਨੂੰ ਦੰਦੀਆਂ ਵੱਢ ਕੇ ਖਾਣਾ। ਉਹ ਕਹਿੰਦਾ ਮੈਨੂੰ ਇੱਦਾਂ ਕਰ ਰਹੇ ਨੇ, ਇੱਦਾਂ ਦੇ ਖਿਆਲ ਉਹਨੂੰ ਆਉਂਦੇ ਨੇ, ਇੱਦਾਂ ਦੇਖਦਾ ਹੈ ਜਮਦੂਤਾਂ ਨੂੰ ਕਿ ਬਨੇਰੇ 'ਤੇ ਆ ਕੇ ਬੈਠ ਗਏ ਨੇ, ਬਸ ਉਹਨੂੰ ਲੈਣ ਹੀ ਆਏ ਨੇ, ਜਿੰਨਾ ਤੰਗ ਹੋ ਰਿਹਾ ਇੰਨਾ ਕੁ ਤੰਗ ਹੋਰ ਹੋਣਾ ਹੈ। ਤੇ ਇਹ ਟੇਕ ਸਿੰਘ ਦੀ ਗੱਲ ਹੈ ਜਿਹੜੀ ਭਾਈ ਰਣਧੀਰ ਸਿੰਘ ਨੇ ਅਣਡਿੱਠੀ ਦੁਨੀਆ ਆਪਣੀ ਕਿਤਾਬ ਹੈ ਉਹਨਾਂ ਦੀ, ਉਹਦੇ ਚੈਪਟਰ 'ਚ ਲਿਖੀ। ਚੈਪਟਰ ਦਾ ਨਾਂ ਹੈ ਗੁਰ ਕੇ ਬਚਨ ਕੱਟੀ ਜੰਮ ਫਾਸੀ। ਤੇ ਭਾਈ ਰਣਧੀਰ ਸਿੰਘ ਕਹਿੰਦੇ ਇਹ ਗੱਲ ਮੈਨੂੰ ਮੇਰੀ ਤਾਈ ਨੇ ਦੱਸੀ। ਨੇੜੇ ਨੇੜੇ ਤਾਇਆ ਚਾਚੇ ਦੇ ਘਰ ਨੇੜੇ ਨੇੜੇ ਹੁੰਦੇ ਨੇ, ਨਾਲ ਹੀ ਘਰ ਤਾਂ ਭਾਈ ਰਣਧੀਰ ਸਿੰਘ ਦਾ। ਤੇ ਭਾਈ ਰਣਧੀਰ ਸਿੰਘ ਕਹਿੰਦੇ ਉਦੋਂ ਅਜੇ
उदों अजे मैं नवां नवां अंम੍ਰਿਤ छकिया सी और मेरे मन दे विच अंम੍ਰਿਤ छक के चाह बड़ा सी जाप करन दा। पूरा परपक्क हो के अंम੍ਰਿਤ छकिया सी, रहत मर्यादा जी पूरे परपक्क सन। ते मेरे मन च भाई साहब कहते ने कि चाह बड़ा सी कि मैं रब नूं पा ही लैणा। तो इस करके मैं कहते भी नितनेम तो करदा ही करदा, सवेरे शाम का नितनेम भी करदा, घर गुरु ग्रंथ साहिब का प्रकाश भी कर लिया, गुरु ग्रंथ साहिब की हजूरी च बैठदा, गुरु ग्रंथ साहिब का सहज पाठ शुरू कर लिया। पर नाल नाल सुखमनी साहिब के जदों भी तुरिया फिरदा भी सुखमनी साहिब के पाठ करदा ना, सुखमनी साहिब के अखंड जाप शुरू कर दिते। तो जदों समा मिलता सुखमनी साहिब का पाठ चल रहा, जदों तुरे फिरदे तां सुखमनी साहिब का पाठ चल रहा, नितनेम करते हैं, जपजी साहिब का पाठ करते हैं, जाप साहिब का पाठ करते हैं, गुरु ग्रंथ साहिब की लड़ीवार सहज पाठ कर रखा होया है वो करते हैं। और अपनी जिंदगी का मनोरथ ही बना लिया कि भई प्राप्त मनुख दी होरिया गोबिंद मिलन की तेरी बरिया, परमात्मा नूं मिलन दा तेरा मौका है मनुखा जन्म। सो मैं परमात्मा नूं मिलना ही, अमृत ताजा ताजा छकिया सी, चाह भी ताजा ताजा सी जी। तो गुड़ू तरिंदे सन बाणी दे विच, नाम का रस आना शुरू हो गया सी। इदा भाई साहब इदा लगता सी कि धरती के पैर नहीं लगते, उड़ रहे हैं, इन्ने हल्के फुल लगते ही नाम जपदे होया। पूरा परताई ने कहा भी तेरा भरा टेक सिंह देख मरना हाका होया होया, डरी जाता, कंबन लग पैंदा, कहंदा बडेरे ते आके जमदूत बैठ गए ने, कंबदा है, चीका मारदा है, टारा मारदा है, मैनू बचा लो किस तरह। तो तू इदा कर, किरपा कर, नाम जपण वाला है, तू अपने भरा नूं जाके देखता सी थोड़ा जिहा उहदा हाल की होया पिया है। ते अपनी ताई दे कहण दे उत्ते माता ने भी नाल हामी भरी। ते भाई साहब भाई रणधीर सिंह जी अजे जवानी वाली वरेस है, अंम੍ਰਿਤ छकिया है, अजे शुरू शुरू होए ने। ते अपने भरा ताया टेक सिंह नूं देखण लई उन्हां दी हवेली च चल गया, जिथे पै जाके उहदे कोल गया। जदों उहदे कमरे दे अंदर एंटर होए, जिथे पै सी बैठक दे अंदर, जिथे लम्मा पिया होया सी, मरना का होया सी, जदों गया तो चीका मार रहा सी, बाहर चीका सुन रही सिरों दियां, कंब रहा सी। पर जदों भाई साहब जी कमरे अंदर दाखिल होए तो शांत हो गया, शांत हो गया, डर भी हट गया, कंबड़ों भी हट गया। भाई साहब ने उसकी बांह फड़ी, बांह फड़ के उन्होंने आख्या टेक सिंह की गल है, डरी क्यों जाना? वो कहता जमदूत डराउंदे बनेरे ते बैठे, दंद कढ़दे, कहंदे तैनूं खाना, तेरे तो सारे कीते दा जो 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 तू कीता दुनिया ना वो तेरे नाल करना। जमदूत डराउंदे ने पर तू अंदर आया तो भज गया, तेरे आउण नाल शांति वरत गई। आ तू मेरी बांह फड़ी, जदों मेरी हत्थ नूं हत्थ लाया, एक झरनाहट जी फड़ी है, मैनूं इदां लगदा मैं तंदरुस्त हो गया। तो भाई साहब कहते ने, लिखते हैं भाई साहब अपनी कलम तो, कि मैं क्योंकि सुखमनी साहब का लगातार पाठ करता सी, ते मैनूं एकदम ख्याल आया गुर के बचन कट्टी जम फांसी। सतगुर ने मान दिता सुखमनी साहब के पाठ नूं, ये मान दिता है गुरबाणी नूं, सतगुर ने मान दिता है नाम नूं, कि जिहड़ा नाम जपेगा, जिहड़ा बाणी पढ़ेगा, उहदे नेड़े जमदूत नहीं कदी आएगा, उहदे नेड़े कोई महावकार नहीं आएगा। और वो कहते भी गुरबाणी ते मेरा भरोसा होर वध गया इस गल दे नाल। भरोसा पहला भी सी पर होर भरोसा वध गया भरोसा पूरी तरह कि इस सुखमनी साहब दे विच जो सतगुर ने आख्या होया है वो सारा कुछ सत्य है। तो भाई साहब उहदे कोल बैठ के फिर पाठ करन लग पए। भाई साहब कहते जिन्ना चिर मैं पाठ किया उन्ना चिर शांत रहा, उन्होंने नींद भी आ गई और बड़ी सुख दी नींद आई। तो फिर जो अख खुली फिर भाई साहब पाठ कर रहे हैं, कोल बैठे, भाई साहब ने कोल बैठ के पाठ किया है। पर इदा ही वो कई घड़ियां लगातार पाठ करते थे भाई साहब जी। उन्हें जो शांत रहा, तो हुण जो शाम का सोधर का समा होया, भाई साहब ने आथन का समा जान के हुण सोधर का पाठ करन भी जाना है, गुरु ग्रंथ साहब का जिथे घर के प्रकाश किया है, तो बाद गुरु ग्रंथ साहब का सुख आसन भी करना। सोधर का पाठ करन तो बाद, सोहले का पाठ करन तो बाद गुरु ग्रंथ साहब का सुख आसन भी करना है। सो उन्होंने जाना पैना, अपने घर आना पैना। जो उठ के तुरे उहदे कमरे तो बाहर ही निकले, अजे उन्हें चीखा मारनी शुरू करती कि जमदूत फिर आके बनेरे ते बैठ गई, फिर तंग करते, फिर दंदियां करीचते ने, मैनू मेरिया पीड़ा फिर वध गई ने। भाई साहब उन्हें पैरी वापस मुड़े, जो वापस मुड़े वो फिर शांत हो गया। तो भाई साहब ने फिर अपनी भाई साहब के नाल उनकी भैन भी आई सी, ताए दी कुड़ियां भी भैनां सन, सारियां इकट्ठियां बैठ गई। भाई साहब ने कहा भी इदा करो, सारियां जिहड़ियां सुखमनी साहब का गुटका लैके आओ, नितनेम का गुटका लैके आओ, ये कोल बैठ के पाठ करो, सोधर का पाठ भी इत्थे करियो,
ਇਹਦੇ ਕੋਲ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰੋ। ਜਦ ਤੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਕੇ ਆਉਂਦਾ ਆ, ਸੁਖਮਨੀ ਸਾਹਿਬ ਦਾ ਪਾਠ ਨਾ ਟੁੱਟਣ ਦਿਆ ਜੀ। ਤੇ ਉਹਨਾਂ ਨੂੰ ਪਾਠ ਕਰਨ ਲਾ ਕੇ, ਸੁਖਮਨੀ ਸਾਹਿਬ ਦਾ ਪਾਠ ਕਰਨ ਲਾ ਕੇ ਜਦੋਂ ਭਾਈ ਸਾਹਿਬ ਜੀ ਬਾਹਰ ਆਏ ਤਾਂ ਸ਼ਾਂਤ ਰਿਹਾ। ਫਿਰ ਭਾਈ ਸਾਹਿਬ ਨੇ ਜਾਣ ਲਿਆ ਕਿ ਉਹਨਾਂ ਦੇ ਸਰੀਰ ਦੇ ਉੱਥੇ ਜਾਣ ਦੀ ਕੋਈ ਕਲਾ ਨਹੀਂ ਵਰਤ ਰਹੀ, ਪਾਠ ਜਾਣ ਦੀ ਕਲਾ ਵਰਤੇ। ਕੋ ਭਾਈ ਸਾਹਿਬ ਵੀ ਪਾਠ ਕਰ ਰਹੇ ਨੇ, ਗੁਰਬਾਣੀ ਦੇ ਪਾਠ ਦੀ ਕਲਾ ਵਰਤ ਰਹੀ ਹੈ, ਗੁਰਬਾਣੀ ਦੀ ਕਲਾ ਵਰਤ ਰਹੇ। ਭਾਈ ਸਾਹਿਬ ਨੇ ਚਿੱਚੇ ਤੌਰ ਤੇ ਸ਼ਬਦ ਵਰਤਨੇ ਕਿ ਕਲਾ ਗੁਰਬਾਣੀ ਦੀ ਵਰਤਣੀ ਹੈ। ਉਹ ਗੁਰਬਾਣੀ ਤੁਹਾਡੇ ਮੁਖਾਰਬਿੰਦ ਤੋਂ ਵੀ ਆ ਸਕਦੀ ਹੈ, ਗੁਰਬਾਣੀ ਤੁਹਾਡੇ ਕੰਠ ਤੋਂ ਵੀ ਆ ਸਕਦੀ ਹੈ, ਤੁਹਾਨੂੰ ਕੰਠ ਕੀਤੀ ਹੋਈ। ਗੁਰਬਾਣੀ ਤੁਹਾਡੇ ਹਿਰਦੇ ਦੇ ਰਾਹੀਂ ਵੀ ਆ ਸਕਦੀ ਹੈ, ਤੁਸੀਂ ਹਿਰਦੇ 'ਚ ਯਾਦ ਕੀਤੀ ਹੋਈ ਹੈ, ਅੰਦਰ ਅੰਦਰ ਗੁਣਗੁਣਾ ਰਹੇ ਹੋ। ਗੁਰਬਾਣੀ ਤੁਹਾਡੇ ਖਿਆਲ ਦੇ ਵਿੱਚ ਵਸੀ ਹੋਈ, ਉਹਨੇ ਵੀ ਅਸਰ ਕਰਨਾ ਹੈ। ਪਰ ਗੁਰਬਾਣੀ ਜਦੋਂ ਗੁਟਕੇ ਤੋਂ ਪੜ੍ਹਦੇ ਆ, ਉਹਨੇ ਵੀ ਅਸਰ ਕਰਨਾ ਹੈ। ਸੋ ਆਪਣੇ ਭੈਣਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਲਾ ਕੇ, ਬਾਣੀ ਪੜ੍ਹਨ ਲਈ ਲਾ ਕੇ, ਭਾਈ ਸਾਹਿਬ ਬਾਹਰ ਆ ਗਏ, ਅੰਦਰ ਸ਼ਾਂਤ ਰਿਹਾ। ਤੇ ਭਾਈ ਸਾਹਿਬ ਨੇ ਆ ਕੇ ਆਪਣੇ ਘਰ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਸੀ, ਉੱਥੇ ਆ ਕੇ ਸੋਦਰ ਦਾ ਪਾਠ ਕੀਤਾ। ਸੋਦਰ ਦੀ ਚੌਂਕੀ ਪੂਰੀ ਲਾਈ। ਬਾਅਦ ਸੋਦਰ ਦੀ ਚੌਂਕੀ ਤੋਂ ਬਾਅਦ, ਜਿੱਦਾਂ ਸੋਦਰ ਤੋਂ ਬਾਅਦ ਹੁਕਮ ਵੀ ਹੈ ਸਿੱਖ ਨੂੰ ਅਰਦਾਸ ਕਰਨ ਦਾ। ਔਰ ਜਿਹੜੇ ਕਲਗੀਧਰ ਪਾਤਸ਼ਾਹ ਦੇ 52 ਬਚਨ ਨੇ ਨਾ, ਉਹਦੇ 'ਚ ਸਪੈਸ਼ਲ ਹੁਕਮ ਹੈ, ਵਿਸ਼ੇਸ਼ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ ਕਿ ਰਹਿ ਰਾਸ ਦੇ ਪਾਠ ਤੋਂ ਬਾਅਦ ਖੜੇ ਹੋ ਕੇ ਅਰਦਾਸ ਕਰਨੀ ਹੈ ਔਰ ਪੂਰੀ ਅਰਦਾਸ ਕਰਨੀ ਹੈ, ਟਿਕ ਕੇ ਅਰਦਾਸ ਕਰਨੀ ਹੈ। ਤੇ ਜਦੋਂ ਭਾਈ ਸਾਹਿਬ ਕਹਿੰਦੇ ਅਸੀਂ ਅਰਦਾਸ ਕੀਤੀ ਸੋਦਰ ਦੇ ਪਾਠ ਤੋਂ ਬਾਅਦ 'ਚ, ਤੇ ਨਾਲ ਇਹ ਵੀ ਗੱਲ ਮੰਗੀ, ਸਤਿਗੁਰੂ ਦੇ ਕੋਲ ਅਰਦਾਸ ਕੀਤੀ, ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹਨੇ ਕਰਮਾਂ ਦਾ ਆਪਣਾ ਲੇਖਾ ਤਾਂ ਭੁਗਤਣਾ ਹੀ ਹੈ, ਪਰ ਸੁਖਾਲਾ ਭੁਗਤਾ ਦਿਓ, ਬਖਸ਼ਿਸ਼ਾਂ ਕਰ ਦਿਓ। ਜਿੰਨੀ ਵੀ ਆਜੂ ਹੈ ਤੁਸੀਂ ਲਿਖੀ ਹੋਈ, ਉਹ ਸੁਖਾਲੀ ਲੰਘ ਜਾਏ। ਇੱਦਾਂ ਚੀਕਾਂ ਨਾ ਮਾਰੇ, ਇੱਦਾਂ ਡਰੇ ਨਾ, ਇੱਦਾਂ ਕੰਬਣੀਆਂ ਨਾ ਛੇੜੇ, ਉਹਦੇ ਕੁਛ ਪਾਪ ਕਰਮ ਕੱਟ ਦਿਓ ਸਤਿਗੁਰੂ ਜੀ, ਸੁਣ ਲਓ। ਤੇ ਭਾਈ ਸਾਹਿਬ ਲਿਖਦੇ ਨੇ ਅਣਡਿੱਠੀ ਦੁਨੀਆ ਦੇ ਵਿੱਚ ਕਿ ਅਰਦਾਸ ਬੇਸ਼ੱਕ ਰਹਿ ਰਾਸ ਦੀ ਸੀ, ਪਰ ਕਿਉਂਕਿ ਨਾਲ ਅਰਦਾਸ ਕੀਤੀ ਗਈ ਸੀ ਭਾਈ ਦੇ ਲਈ ਵੀ, ਤੇ ਹੁਕਮਨਾਮਾ ਵੀ ਉਸ ਅਰਦਾਸ ਦੀ ਪ੍ਰਵਾਨਗੀ ਦਾ ਹੀ ਆ ਗਿਆ ਇੱਕ ਤਰ੍ਹਾਂ ਨਾਲ। ਸਤਿਗੁਰੂ ਨੇ ਜਾਰਾ ਕਲਾ ਵਰਤਾ ਦਿੱਤੀ। ਫਿਰ ਸੋਲਾ ਦਾ ਪਾਠ ਕੀਤਾ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁੱਖ ਆਸਨ ਕੀਤਾ ਗਿਆ। ਸੁੱਖ ਆਸਨ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਈ ਸਾਹਿਬ ਜੀ ਫਿਰ ਚਲ ਗਿਆ ਉਹਦੇ ਕੋਲ, ਤੇ ਫਿਰ ਸਾਰੀ ਰਾਤ ਬੈਠੇ ਉਹਦੇ ਕੋਲ ਪਾਠ ਪੜ੍ਹਦੇ ਰਹੇ। ਉਹ ਸ਼ਾਂਤ ਰਿਹਾ, ਸੁੱਤਾ ਰਿਹਾ, ਕੋਈ ਨਹੀਂ ਡਰਿਆ। ਕਿੱਥੇ ਦਿਨ ਵੀ ਲੰਘਣਾ ਔਖਾ ਹੋ ਜਾਂਦਾ ਸੀ, ਕਿੱਥੇ ਰਾਤ ਵੀ ਉਹਨੂੰ ਕੋਈ ਡਰ ਨਾ ਲੱਗਾ, ਕਿੱਥੇ ਆਰਾਮ ਨਾਲ ਸੁੱਤਾ ਰਿਹਾ। ਔਰ ਜਦੋਂ ਭਾਈ ਸਾਹਿਬ ਕਿਤੇ ਕਹਿਣ ਕਿ ਮੈਂ ਜਾਣਾ ਹੈ, ਤੇ ਉਸੇ ਵੇਲੇ ਤਲਬਕ ਉੱਠ ਪਵੇ, ਬਾਂਹ ਫੜ ਲਵੇ, ਭਾਈ ਸਾਹਿਬ ਜੀ ਜਾਇਓ ਨਾ, ਮੇਰਾ ਬੁਰਾ ਹਾਲ ਹੁੰਦਾ ਜਦੋਂ ਤੁਸੀਂ ਇੱਥੇ ਨਹੀਂ ਹੁੰਦੇ। ਜਦੋਂ ਤੁਸੀਂ ਇੱਥੇ ਹੁੰਦੇ ਹੋ ਤਾਂ ਉਦੋਂ ਸਾਰੇ ਬਣੇ ਸ਼ਾਂਤੀ ਵਰਤ ਜਾਂਦੀ ਆ। ਸੋ ਭਾਈ ਸਾਹਿਬ ਜੀ ਨੇ ਉਹਦੇ ਕੋਲ ਬੈਠ ਕੇ ਰਾਤ ਵੀ ਫਰਾ ਪਾਠ ਕੀਤਾ। ਫਿਰ ਆਪਣੀਆਂ ਭੈਣਾਂ ਨੂੰ ਕਹਿਤਾ, ਪਰਿਵਾਰ ਨੂੰ ਕਹਿਤਾ, ਜਦ ਤੱਕ ਹੈ ਇਹਦੇ ਨੇੜੇ ਪਾਠ ਦਾ ਜਾਰੀ ਰੱਖਿਆ ਜਾਏ, ਇਹਨੂੰ ਪਾਠ ਸੁਣਾਇਆ ਜਾਏ, ਇਹਦੇ ਪਾਠ ਦਾ ਇਹਦੇ ਮਨ 'ਤੇ ਵੀ ਅਸਰ ਹੋਵੇ, ਇਸ ਹਿਸਾਬ ਨਾਲ ਸੁਣਾਇਆ ਜਾਵੇ, ਤੇ ਕੋਲ ਬੈਠ ਕੇ ਕੀਤਾ ਜਾਵੇ, ਉੱਚੀ ਪਾਠ ਕੀਤਾ ਜਾਵੇ। ਔਰ ਸਾਰੇ ਜਿਹੜੇ ਘੱਟੋ ਘੱਟ ਜਦੋਂ ਸਵੇਰੇ ਹੋਣ, ਸਾਰੇ ਜਿਹੜੇ ਘੱਟੋ ਘੱਟ 5-5 ਜਪਜੀ ਸਾਹਿਬ ਦੇ ਪਾਠ ਕਰਨ, ਨਿਤਨੇਮ ਦੇ ਕੋਲ ਬੈਠ ਕੇ ਕਰਨ, ਜਪਜੀ ਸਾਹਿਬ ਕਰਨ, ਜਾਪ ਸਾਹਿਬ ਕਰਨ, ਸਵਈਏ ਕਰਨ, ਚੌਪਈ ਸਾਹਿਬ ਦਾ ਪਾਠ ਕਰਨ, ਆਨੰਦ ਸਾਹਿਬ ਦਾ ਪਾਠ ਕਰਨ। ਤੇ ਫਿਰ ਸਾਰੀ ਦਿਹਾੜੀ ਸੁਖਮਨੀ ਸਾਹਿਬ ਦੇ ਪਾਠ ਦੀ ਇੱਕ ਤਰ੍ਹਾਂ ਦਾ ਅਖੰਡ ਜਾਪ ਚੱਲਦਾ ਰਹੇ ਇਹਦੇ ਨੇੜੇ। ਫਿਰ ਸ਼ਾਮ ਨੂੰ ਸੋਧਰ ਵੀ ਇਹਦੇ ਕੋਲ ਨੇੜੇ ਪੜਿਆ ਜਾਵੇ। ਇੱਦਾਂ ਪਾਠ ਦੀ ਜਦੋਂ ਗੁਰਬਾਣੀ ਦਾ ਪ੍ਰਵਾਹ ਚੱਲੇਗਾ ਤੇ ਇਹ ਸੁਖਾਲਾ ਰਹੇਗਾ, ਇਹਨੇ ਆਪ ਦੱਸ ਦਿੱਤਾ ਹੈ। ਸੋ ਉਹਦੇ ਨੇੜੇ ਪਾਠ ਦਾ ਜਿਹੜਾ ਸੀਗਾ ਉਹ ਚਲਾਤਾ ਗਿਆ। ਤੇ ਭਾਈ ਸਾਹਿਬ ਨੇ ਵੀ ਆਖਿਆ ਕਿ ਜਿਨ੍ਹਾਂ ਨੂੰ ਕੰਠ ਸੀ ਜਪਜੀ ਸਾਹਿਬ, ਕਿਉਂਕਿ ਆਮ ਤੌਰ ਤੇ ਪੁਰਾਣੀਆਂ ਮਾਈਆਂ ਭਾਈਆਂ ਨੂੰ ਸਾਰਿਆਂ ਨੂੰ ਜਪਜੀ ਸਾਹਿਬ ਕੰਠ ਹੁੰਦਾ ਸੀ। ਬਜ਼ੁਰਗ ਬੇਸ਼ੱਕ ਅਨਪੜ੍ਹ ਹੁੰਦੇ ਸਨ, ਪਰ ਉਹਨਾਂ ਨੂੰ ਬਾਣੀ ਕੰਠ ਹੁੰਦੀ ਸੀ। ਤੇ ਉਹ ਆਖਿਆ ਕਰਦੇ ਸਨ, ਪੁਰਾਣੀ ਕਹਾਵਤ ਕਿ ਬਾਣੀ ਕੰਠ ਤੇ ਪੈਸਾ ਗੰਠ। ਪੈਸਾ ਭਾਈ ਜਿਹੜਾ ਗੱਠ ਦੇ ਵਿੱਚ ਆਪਣੀ ਜੇਬ 'ਚ ਹੈ ਉਹ, ਤੇ ਔਖੇ ਵੇਲੇ ਕੰਮ ਆਉਂਦਾ ਹੈ, ਆਪਣੇ ਕੋਲ ਜਿਹੜਾ ਜਮ੍ਹਾਂ ਕੀਤਾ ਉਹ ਕੰਮ ਆਉਂਦਾ ਹੈ। ਤੇ ਬਾਣੀ ਉਹ ਹਰ ਵੇਲੇ ਤੁਹਾਡੇ ਨਾਲ ਰਹਿੰਦੀ ਹੈ। ਬਾਣੀ ਕੰਠ, ਜਿਹੜੀ ਕੰਠ ਹੋਈ ਹੋਵੇ। ਬਾਬਾ ਭੇਲਾ ਜੀ ਜਿਹੜੇ ਮੇਰੇ ਵਿੱਦਿਆ ਦਾਤੇ ਬਚਪਨ ਦੇ ਸਨ, ਉਸਤਾਦ ਸਨ, ਇੱਕ ਤਰ੍ਹਾਂ ਦੇ ਗੁਰਬਾਣੀ ਵਾਲੇ ਬੰਨੇ ਲਾਉਣ ਵਾਲੇ ਸਨ। ਬਾਬਾ ਭੇਲਾ ਜੀ ਆਖਿਆ ਕਰਦੇ ਸਨ ਇਸੇ ਗੱਲ ਨੂੰ ਵੱਖਰੇ ਅੰਦਾਜ਼ 'ਚ। ਉਹ ਕਹਿੰਦੇ ਸਨ ਬਾਣੀ ਕੰਠ ਸਦਾ ਬੈਕੁੰਠ। ਬੈਕੁੰਠ ਦਾ ਮਤਲਬ ਹੁੰਦਾ ਸਵਰਗ, ਵਿਕੁੰਠ ਦਾ ਮਤਲਬ ਹੁੰਦਾ ਸੱਚਖੰਡ। ਵਿਕੁੰਠ ਦਾ ਮਤਲਬ ਹੁੰਦਾ ਹੈ ਉਹ ਅਵਸਥਾ ਸਰੀਰ ਦੀ ਜਿਹਦੇ ਸ਼ਾਂਤੀ ਹੋਵੇ, ਜਿਹਦੇ 'ਚ ਆਨੰਦ ਹੀ ਆਨੰਦ ਹੋਵੇ, ਮਨ ਦੀ ਅਵਸਥਾ, ਆਤਮਾ ਦੀ ਅਵਸਥਾ। ਬੈਕੁੰਠ ਜਿਹਦੇ ਅੰਦਰ ਆਨੰਦ ਹੀ ਆਨੰਦ ਹੋਵੇ। ਤੇ ਬਾਬਾ ਭੇਲਾ ਜੀ ਕਹਿੰਦੇ ਹੁੰਦੇ ਬਾਣੀ ਕੰਠ ਸਦਾ ਬੈਕੁੰਠ, ਕਿ ਤੁਹਾਨੂੰ ਜੇ ਬਾਣੀ ਕੰਠ ਹੈ ਤੇ ਜਦੋਂ ਵੀ ਤੁਹਾਨੂੰ ਜੇ ਬਾਣੀ ਕੰਠ ਹੈ, ਤੁਸੀਂ ਜਿੱਥੇ ਵੀ ਹੋਗੇ, ਜਿੱਥੇ ਵੀ ਥੋੜਾ ਟਾਈਮ ਮਿਲੇਗਾ, ਤੁਸੀਂ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦੇਵੇ। ਇਹਦਾ ਮਤਲਬ ਸਦਾ ਹੀ ਤੁਹਾਡਾ ਬੈਕੰਠ ਰਹੇਗਾ। ਬਾਣੀ ਜਿੱਥੇ ਰਹੇਗੀ ਉੱਥੇ ਬੈਕੰਠ ਰਹਿਣਾ ਹੀ ਰਹਿਣਾ ਹੈ, ਕਿਉਂਕਿ ਬਾਣੀ ਪਰਮਾਤਮਾ ਦਾ ਰੂਪ ਹੈ। ਤਾਂ ਜਿੱਥੇ ਬਾਣੀ ਦਾ ਜਾਪ ਹੋਏਗਾ,
ਉੱਥੇ ਪ੍ਰਮਾਤਮਾ ਯਾਦ ਆਏਗਾ, ਉੱਥੇ ਪ੍ਰਮਾਤਮਾ ਆਪ ਆ ਕੇ ਵਸੇਗਾ। ਜਿੱਥੇ ਗੁਰਬਾਣੀ ਵਸੇਗੀ, ਗੁਰਬਾਣੀ ਗੁਰੂ ਹੈ, ਜਿੱਥੇ ਗੁਰਬਾਣੀ ਵਸੇਗੀ ਉੱਥੇ ਗੁਰੂ ਵਸੇਗਾ। ਸੋ ਬਾਣੀ ਕੰਠ, ਬਾਬਾ ਭੇਲਾ ਜੀ ਦੇ ਸ਼ਬਦ, ਸਦਾ ਬੈ ਕੁੰਠ, ਉੱਥੇ ਸਦਾ ਆਨੰਦ ਰਹੇਗਾ। ਬਾਣੀ ਕੰਠ ਕਰਨੀ ਬੜੀ ਜ਼ਰੂਰੀ ਹੈ ਅੱਜ ਦੇ ਸਮੇਂ 'ਚ ਵੀ। ਬੇਸ਼ੱਕ ਤੁਹਾਡੇ ਮੋਬਾਈਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਪੂਰੇ ਦੇ ਪੂਰੇ ਆ ਗਏ, ਪਰ ਫਿਰ ਵੀ ਬਾਣੀ ਕੰਠ ਹੋਣ ਦਾ ਮਤਲਬ ਹੈ ਕਿ ਤੁਸੀਂ ਬਾਣੀ ਦਾ ਜਾਪ ਕਰਦੇ ਹੋ। ਬਾਣੀ ਕੰਠ ਹੋਣ ਦਾ ਮਤਲਬ ਹੈ ਕਿ ਤੁਸੀਂ ਬਾਣੀ ਨੂੰ ਪੜ੍ਹਦੇ ਹੋ। ਬਾਣੀ ਕੰਠ ਹੋਣ ਦਾ ਮਤਲਬ ਹੈ ਕਿ ਤੁਸੀਂ ਦਿਲ ਲਾ ਕੇ ਪੜ੍ਹਦੇ ਹੋ। ਬਾਣੀ ਕੰਠ ਹੋਣ ਦਾ ਮਤਲਬ ਹੈ ਕਿ ਤੁਸੀਂ ਮਨ ਟਿਕਾ ਕੇ ਬਾਣੀ ਪੜ੍ਹਦੇ ਹੋ। ਔਰ ਜੇ ਤੁਸੀਂ ਬਾਣੀ ਨੂੰ ਲਗਾਤਾਰ 3 ਕੁ ਮਹੀਨੇ ਲਗਾਤਾਰ ਮਨ ਲਾ ਕੇ ਨਿਤਨੇਮ ਕਰਦੇ ਹੋ, ਨਿਤਨੇਮ ਆਪਣੇ ਆਪ ਕੰਠ ਹੋ ਜਾਂਦਾ। ਵੱਧ ਤੋਂ ਵੱਧ 3 ਕੁ ਮਹੀਨੇ, ਸਿਆਣੇ ਕਹਿੰਦੇ 40 ਦਿਨ ਤਦੇ ਚਲੀਆ ਸ਼ਬਦ ਵਰਤਿਆ ਜਾਂਦਾ ਰਿਹਾ, ਪਰ ਮੈਂ 3 ਮਹੀਨੇ ਕਹਿ ਰਿਹਾ ਕਿ 3 ਕੁ ਮਹੀਨੇ, 3 ਵਾਰ ਚਲੀਆ ਹੋ ਗਿਆ। 3 ਕੁ ਮਹੀਨੇ ਯਾਨੀ 90 ਕੁ ਦਿਨਾਂ ਦੇ ਵਿੱਚ ਜੇ ਤੁਸੀਂ 3-4 ਮਹੀਨਿਆਂ ਦੇ ਵਿੱਚ ਆਪਾਂ 120 ਦਿਨ ਕਰ ਲੈਂਦੇ ਹਾਂ, ਜੇ ਕਿਤੇ 3-4 ਮਹੀਨੇ ਤੁਸੀਂ ਲਗਾਤਾਰ ਸਮਝ ਕੇ ਬਾਣੀ ਕਰਦੇ ਹੋ, ਬਾਣੀ ਪੜ੍ਹਦੇ ਹੋ, ਤੇ ਜਿਹੜੀ ਬਾਣੀ ਨੂੰ ਸਮਝ ਕੇ ਪੜ੍ਹੋਗੇ, ਧਿਆਨ ਨਾਲ ਪੜ੍ਹੋਗੇ, ਟਿਕ ਕੇ ਪੜ੍ਹੋਗੇ, ਉਹ ਬਾਣੀ ਤੁਹਾਨੂੰ 3-4 ਮਹੀਨਿਆਂ 'ਚ ਕੰਠ ਜ਼ਰੂਰ ਹੋ ਜਾਏਗੀ। ਕੰਠ ਬਾਣੀ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਟਿਕ ਕੇ ਬਾਣੀ ਪੜ੍ਹਦੇ ਹੋ, ਬਾਣੀ ਧਿਆਨ ਦੇ ਕੇ ਪੜ੍ਹਦੇ ਹੋ, ਬਾਣੀ ਜੁੜ ਕੇ ਪੜ੍ਹਦੇ ਹੋ। ਸੋ ਬਾਣੀ ਕੰਠ ਹੋਣਾ ਇੱਕ ਤਰ੍ਹਾਂ ਦਾ ਇਸ ਗੱਲ ਦਾ ਸਬੂਤ ਵੀ ਹੁੰਦਾ ਹੈ। ਖੈਰ, ਬਾਣੀ ਕੰਠ ਸਦਾ ਬੈਕੁੰਠ। ਸੋ ਭਾਈ ਸਾਹਿਬ ਜੀ ਨੇ ਆਖਿਆ ਜਿਹੜੇ ਕੰਠ ਸਨ ਬਜ਼ੁਰਗ, ਉਹਨਾਂ ਨੇ ਕੰਠ ਪਾਠ ਕਰਨਾ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ। ਜਿਹੜੇ ਨਹੀਂ ਸਨ ਉਹ ਗੁਟਕੇ ਤੋਂ ਪਾਠ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਕੋਲ ਪਾਠ ਹੋ ਰਿਹਾ ਤੇ ਉਹ ਕਦੇ ਆਰਾਮ 'ਚ ਹੁਣ ਪੂਰੇ ਸੁੱਖ ਆਸਨ 'ਚ ਹੈ, ਹੁਣ ਆਰਾਮ ਦੇ ਵਿੱਚ ਹੈ, ਸੁੱਖਾਂ 'ਚ ਹੈ, ਆਨੰਦ 'ਚ ਹੈ। ਹੁਣ ਚੀਕਾਂ ਨਹੀਂ ਮਾਰਦਾ, ਉਹਨੂੰ ਜੰਮ ਡਰਾਉਂਦੇ ਨਹੀਂ। ਤੇ ਜਦ ਤੱਕ ਪਾਠ ਹੁੰਦਾ ਰਹਿੰਦਾ ਉਦ ਤੱਕ ਬਿਲਕੁਲ ਨਹੀਂ ਡਰਾਉਂਦੇ, ਪਾਠ ਚੱਲਦਾ ਰਹਿੰਦਾ ਹੈ। ਤੇ ਭਾਈ ਸਾਹਿਬ ਕਹਿੰਦੇ ਇਹਦੇ ਪਰਥਾਈ ਪਾਠ ਕਰੋ, ਇਸ ਪਾਠ ਦਾ ਲਾਭ ਇਹਨੂੰ ਮਿਲੇ, ਇਸ ਪਰਥਾਈ ਕਰੋ, ਉਹਨੂੰ ਪਾਠ ਸੁਣਾ ਕੇ ਕਰੋ। ਇਹ ਪਾਠ ਸੁਣੇ, ਇਹ ਬਾਣੀ ਸੁਣੇ, ਇਹ ਟਿਕੇ, ਇਹਨੂੰ ਕੋਈ ਟਿਕੇ ਦੇ ਨਾਲ ਨਾਲ ਇਹਨੂੰ ਕੋਈ ਨਾਮ ਜਪੇ, ਨਾਲ ਜਾਪ ਕਰਦਾ ਰਹੇ। ਅਗਲਾ ਜਨਮ ਚੰਗਾ ਮਿਲ ਜਾਏਗਾ, ਪਿਛਲਾ ਜਨਮ ਤਾਂ ਬੀਤ ਗਿਆ ਜੋ ਹੈਗਾ, ਸਮਾਂ ਤਾਂ ਆ ਗਿਆ ਬੇਸ਼ੱਕ। ਜੋ ਕੀਤੇ ਨੇ ਕਰਮ ਕੋ ਕਰਮ, ਉਹਨਾਂ ਦਾ ਲੇਖਾ ਤਾਂ ਦੇਣਾ ਹੀ ਪੈਣਾ ਹੈ, ਪਰ ਸ਼ਾਇਦ ਅਗਲਾ ਬਾਣੀ ਪੜ੍ਹਦੇ ਰਹੋ ਕੋਲ ਅਸਰ ਹੋਊਗਾ, ਅਗਲਾ ਜਨਮ ਸੁਧਰ ਜਾਏਗਾ, ਹੁਣ ਦਾ ਵੀ ਸੁਧਰ ਜਾਏਗਾ। ਸੋ ਪਾਠ ਹੋ ਰਿਹਾ ਕੋਲ, ਤੇ ਜਿੱਦਾਂ ਪਾਠ ਹੋ ਰਿਹਾ ਉੱਦਾਂ ਉਹ ਸ਼ਾਂਤ ਹੋ ਰਿਹਾ, ਆਨੰਦਿਤ ਹੋ ਰਿਹਾ, ਚੀਕਾਂ ਨਹੀਂ ਮਾਰਦਾ। ਤੇ ਉਹਦੀਆਂ ਭੈਣਾਂ ਪਾਠ ਕਰਦੀਆਂ, ਉਹਨੂੰ ਪੁੱਛ ਵੀ ਲੈਂਦੀਆਂ ਨੇ, ਵੀਰਾ ਹੁਣ ਠੀਕ ਹੈ ਨਾ? ਭੈਣਾਂ ਨੂੰ ਬੜਾ ਦਰਦ ਹੁੰਦਾ ਭਰਾਵਾਂ ਦਾ, ਵੀਰਾ ਹੁਣ ਠੀਕ ਹੈ ਨਾ? ਹੁਣ ਦਰਦ ਤਾਂ ਨਹੀਂ ਮਹਿਸੂਸ ਕਰਦਾ? ਨਹੀਂ, ਜਦ ਤੱਕ ਤੁਸੀਂ ਪਾਠ ਕਰਦੇ ਕੋਈ ਦਰਦ ਨਹੀਂ, ਕੋਈ ਡਰ ਨਹੀਂ ਉਦ ਤੱਕ, ਕੋਈ ਕੰਬਣੀ ਨਹੀਂ ਉਦ ਤੱਕ। ਤੇ ਆਨੰਦ ਦੇ ਵਿੱਚ ਪਾਠ ਸੁਣਦਾ ਹੈ। ਇੱਦਾਂ ਹੀ ਕੁਝ ਦਿਨ ਉਸਨੇ ਪਾਠ ਸੁਣਿਆ, ਕਰਮਾਂ ਦਾ ਲੇਖਾ ਜੋਖਾ ਸੀ, ਪਰ ਭਾਈ ਸਾਹਿਬ ਕਹਿੰਦੇ ਨੇ ਜਦੋਂ ਪਾਠ ਟਿਕ ਕੇ ਸੁਣਨ ਲੱਗ ਪਿਆ ਤੇ ਜਿਹੜਾ ਉਸਦਾ ਘਰਾਟ ਵੱਜਦਾ ਸੀ, ਔਖਾ ਸਾਹ ਆਉਂਦਾ ਤੇ ਘਰਾਟ ਵੱਜਣ ਲੱਗ ਪੈਂਦਾ ਹੈ, ਉੱਭਾ ਸਾਹ ਆਉਂਦਾ ਹੈ, ਘਰਾਟ ਵੱਜਣ ਲੱਗ ਪੈਂਦਾ, ਗਲੇ 'ਚੋਂ ਆਵਾਜ਼ ਆਉਣ ਲੱਗ ਪੈਂਦੀ ਹੈ, ਸੰਘ ਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਸਾਹ ਘੁੱਟ ਹੁੰਦਾ ਹੈ, ਬੜਾ ਔਖਾ ਹੁੰਦਾ ਬੰਦਾ। ਕਹਿੰਦੇ ਜਦੋਂ ਪਾਠ ਸੁਣਦਾ ਸੀ, ਮਨ 'ਚ ਉਹਦਾ ਟਿਕਣ ਲੱਗ ਪਿਆ, ਘਰਾਟ ਵੱਜਣੋਂ ਹਟ ਗਿਆ ਪਹਿਲਾਂ ਤਾਂ, ਤੇ ਫਿਰ ਉਹਦੀ ਬੜੀ ਸੁਖਾਲੀ ਜੀ ਜਾਨ ਨਿਕਲ ਗਈ, ਕੰਬਿਆ ਨਹੀਂ, ਤੜਫਿਆ ਨਹੀਂ, ਪਾਠ ਸੁਣਦਿਆਂ ਸੁੱਖ ਦੇ ਵਿੱਚ ਹੀ ਉਹਦੀ ਜਾਨ ਨਿਕਲ ਗਈ। ਗੁਰਬਾਣੀ ਸਤਿਗੁਰ ਨੇ ਜ਼ਿਕਰ ਵੀ ਕੀਤਾ ਹੈ। ਸਤਿਗੁਰ ਕਹਿੰਦੇ ਕਿਸੇ ਨੂੰ ਨਹੀਂ ਪਤਾ ਕਿਸੇ ਦੀ ਕਦੋਂ ਮੌਤ ਆਉਣੀ ਹੈ, ਔਰ ਹਰ ਚਿੰਤਕ ਮਨੁੱਖ ਇਸ ਗੱਲ ਲਈ ਚਿੰਤਵਾਨ ਹੁੰਦਾ ਹੈ। ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ, ਕਿਸੇ ਨੂੰ ਨਹੀਂ ਪਤਾ। ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ, ਮੌਤ ਕਿੱਦਾਂ ਆਏਗੀ ਕੋਈ ਪਤਾ ਨਹੀਂ ਕਿਸੇ ਨੂੰ। ਔਰ ਹਰ ਚਿੰਤਕ ਮਨੁੱਖ ਇਸ ਲਈ ਚਿੰਤਵਾਨ ਹੁੰਦਾ ਹੈ, ਔਰ ਬੰਦੇ ਨੂੰ ਚਿੰਤਕ ਬਣਾਉਂਦੀ ਇਹ ਗੱਲ ਹੈ। ਕਿਤੇ ਬੰਦਾ ਸੋਚਣ ਲੱਗ ਪਵੇ, ਜੇ ਕਿਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਦਿਨ ਤੂੰ ਜੰਮਿਆ ਹੈ ਉਸੇ ਦਿਨ ਤੋਂ ਤੇਰੀ ਮੌਤ ਵੱਲ ਤੂੰ ਵਧਣਾ ਸ਼ੁਰੂ ਕਰ ਦਿੰਦਾ ਹੈ। ਤੂੰ ਪਲ ਪਲ ਕਰਕੇ ਵੱਧ ਰਿਹਾ ਹੈ, ਤੂੰ ਦਿਨ ਕਰਕੇ ਵੱਧ ਰਿਹਾ ਹੈ, ਤੂੰ ਹਫਤਾ ਕਰਕੇ ਵੱਧ ਰਿਹਾ ਹੈ, ਤੂੰ ਮਹੀਨਾ ਕਰਕੇ ਵੱਧ ਰਿਹਾ ਹੈ, ਤੂੰ ਮੌਤ ਵਾਲੇ ਬੰਨੇ। ਜਿਸ ਦਿਨ ਜੰਮਿਆ ਉਸੇ ਦਿਨ ਤੋਂ ਲੈ ਕੇ ਤੇ ਜਿਸ ਦਿਨ ਤੋਂ ਜੰਮਿਆ ਉਸੇ ਦਿਨ ਮੌਤ ਦਾ ਸਫ਼ਰ ਸ਼ੁਰੂ ਹੋ ਗਿਆ ਹੈ। ਤੇ ਜੇ ਬੰਦੇ ਨੇ ਇਸ ਬੰਨੇ ਸੋਚਣਾ ਸ਼ੁਰੂ ਕਰਤਾ, ਸਭ ਤੋਂ ਵੱਡਾ ਚਿੰਤਕ ਉਹੀ ਬਣੇਗਾ। ਉਹਦੇ ਅੰਦਰ ਉਦਾਸੀ ਆਏਗੀ, ਉਹ ਆਪਣਾ ਵੀ ਫਿਕਰ ਕਰੇਗਾ ਕਿ ਅੱਜ ਤੋਂ ਮੌਤ ਸ਼ੁਰੂ ਹੋ ਗਈ। ਜਿਸ ਦਿਨ ਤੋਂ ਜੰਮਿਆ ਉਸੇ ਦਿਨ ਤੋਂ ਜਿੰਨੇ ਸਾਹ ਲੈ ਰਹੇ ਉਹਨੇ ਸਾਹ ਘਟਦੇ ਜਾ ਰਹੇ ਨੇ, ਜਿੰਨੇ ਦਿਨ ਬੀਤ ਰਹੇ ਨੇ ਉਹਨੇ ਦਿਨ ਘਟਦੇ ਜਾ ਰਹੇ ਨੇ, ਜਿੰਨੇ ਮਹੀਨੇ ਬੀਤ ਰਹੇ ਨੇ ਉਹਨੇ ਮਹੀਨੇ ਘਟਦੇ ਜਾ ਰਹੇ ਨੇ। ਅਜੇ ਪ੍ਰਾਪਤੀ ਤਾਂ ਕੋਈ ਹੋਈ ਨਹੀਂ, ਅਜੇ ਮਨ ਦਾ ਟਿਕਾ ਨਹੀਂ ਹੋਇਆ, ਅਜੇ ਜੇ ਕੋਈ ਵੱਡਾ ਮਨੋਰਥ ਪੂਰਾ ਨਹੀਂ ਹੋਇਆ।
ਕਿ ਮਨੁੱਖ ਸਿਰਫ ਰੋਟੀ ਕਮਾਉਣ ਤੇ ਖਾਣ ਹੀ ਆਉਂਦਾ ਇਸ ਸੰਸਾਰ ਦੇ ਵਿੱਚ, ਕਿ ਮਨੁੱਖ ਸਿਰਫ ਆਪਣੇ ਘਰ ਪਰਿਵਾਰ ਬਣਾਉਣ ਹੀ ਆਉਂਦਾ ਤੇ ਬਣਾ ਕੇ ਜਦੋਂ ਸਾਰਾ ਕੁਝ ਬਣ ਜਾਏ ਛੱਡ ਕੇ ਚੱਲ ਜਾਣਾ, ਇਸੇ ਕੰਮ ਲਈ ਆਉਂਦਾ। ਤੇ ਜੇ ਇਸੇ ਕੰਮ ਲਈ ਆਉਂਦਾ ਤੇ ਇਦੋਂ ਮਾੜੀ ਗੱਲ ਹੋਰ ਕੋਈ ਨਹੀਂ। ਉਹ ਤਾਂ ਜਾਨਵਰ ਵੀ ਕਰਦੇ ਨੇ। ਮਨੁੱਖ ਦਾ ਜੀਵਨ ਦਾ ਕੋਈ ਉਚੇਚਾ ਮਕਸਦ ਹੈ ਮਨੁੱਖਾ ਜੀਵਨ ਦਾ, ਤੇ ਉਚੇਚਾ ਮਕਸਦ ਜਿਨ੍ਹਾਂ ਨੂੰ ਸਮਝ ਆ ਜਾਵੇ ਤੇ ਜਿਨ੍ਹਾਂ ਨੂੰ ਇਹ ਵੀ ਸਮਝ ਆ ਜਾਏ ਕਿ ਇੱਕ ਇੱਕ ਪਲ ਜਿੱਦਾਂ ਜਿੱਦਾਂ ਬੀਤ ਰਿਹਾ ਉੱਦਾਂ ਦਾ ਮੈਂ ਮੌਤ ਵੱਲ ਵੱਧ ਰਿਹਾ ਆ, ਤੇ ਚਿੰਤਕ ਬਣਨਗੇ, ਉਹ ਚਿੰਤਾ ਕਰਨਗੇ, ਚਿੰਤਕ ਬਣਨਗੇ, ਉਹ ਉਦਾਸ ਵੀ ਹੋਣਗੇ ਪਰ ਉਹ ਕਿਸੇ ਦੀ ਕਦੀ ਬੁਰਾਈ ਨਹੀਂ ਕਰਨਗੇ, ਕਿਸੇ ਦਾ ਕਦੀ ਬੁਰਾ ਵੀ ਨਹੀਂ ਸੋਚਣਗੇ। ਉਹਨਾਂ ਦੇ ਜੀਵਨ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਲੋਅ ਹੋਏਗੀ, ਇੱਕ ਵੱਖਰੀ ਤਰ੍ਹਾਂ ਦਾ ਆਨੰਦ ਹੋਏਗਾ ਉਹਨਾਂ ਦੇ ਜੀਵਨ ਦੇ ਵਿੱਚ। ਔਰ ਇਹ ਆਨੰਦ ਬਾਣੀ ਪੜ੍ਹਦਿਆਂ ਪਤਾ ਲੱਗਦਾ ਹੈ, ਬਾਣੀ ਦੇ ਨਾਲ ਜੁੜਿਆ ਪਤਾ ਲੱਗਦਾ, ਨਾਮ ਸੁਣਨਾ ਜੁੜਿਆ ਪਤਾ ਲੱਗਦਾ, ਆਪਣੇ ਅੰਤਰਾਤਮੇ ਝਾਤੀ ਪਾਣਾ ਪਤਾ ਲੱਗਦਾ ਹੈ, ਆਪਣੇ ਅੰਤਰਾਤਮੇ ਨਾਲ ਜੁੜਿਆ ਪਤਾ ਲੱਗਦਾ। ਤਰੀਕਾ ਕੋਈ ਵੀ ਹੋ ਸਕਦਾ ਜੁੜਨ ਦਾ, ਤੇ ਉਸਦੀ ਸਤਿਗੁਰੂ ਨੇ ਇਸੇ ਕਰਕੇ ਬਾਣੀ ਅੰਦਰ ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ। ਪਰ ਸਤਿਗੁਰੂ ਨਾਲ ਇਸ ਸਵਾਲ ਦਾ ਜਵਾਬ ਵੀ ਦਿੰਦੇ ਨੇ, ਕੈਸਾ ਮਰਨਾ ਹੋਏ ਨਹੀਂ ਭਾਈ, ਜੇ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜੇ ਉਹ ਪ੍ਰਮਾਤਮਾ ਤੁਹਾਡੇ ਤੋਂ ਨਹੀਂ ਵਿਸਰਦਾ ਤਾਂ ਮੌਤ ਵੀ ਸਹਿਜੇ ਆ ਜਾਂਦੀ। ਜੇ ਪ੍ਰਮਾਤਮਾ ਨੂੰ ਤੁਸੀਂ ਨਹੀਂ ਵਿਸਾਰਦੇ ਤਾਂ ਮੌਤ ਵੀ ਸੌਖੀ ਆਉਂਦੀ ਹੈ, ਉਹਦਾ ਔਖੀ ਹੈ। ਮਰਨਾ ਬੜਾ ਔਖਾ ਹੈ, ਹਰ ਮਨੁੱਖ ਮਰਨ ਤੋਂ ਡਰਦਾ ਹੈ, ਪਰ ਮਰਨਾ ਵੀ ਸਹਿਲਾ ਹੋ ਜਾਂਦਾ ਹੈ। ਸੋ ਉਹਦੀ ਸੌਖੀ ਜਾਨ ਨਿਕਲੀ, ਕੰਬਣੋਂ ਹਟ ਗਿਆ, ਡਰਨੋਂ ਹਟ ਗਿਆ, ਸਹਿਲਾ ਮੌਤ ਆ ਗਈ। ਤੇ ਭਾਈ ਸਾਹਿਬ ਜੀ ਇੱਥੇ ਅਣਡੁੱਠੀ ਦੁਨੀਆ ਕਿਤਾਬ ਦਾ ਨਾਮ ਚੈਪਟਰ ਹੈ ਗੁਰ ਕੇ ਬਚਨ ਕੱਟੀ ਜਮ ਫਾਸੀ। ਉਹਦੇ 'ਚ ਕਹਿੰਦੇ ਜਮ ਫਾਸੀ ਸਤਿਗੁਰੂ ਨੇ ਬਾਣੀ ਪੜ੍ਹਦੀ ਗਈ, ਉਹਦੇ ਨੇੜੇ ਬਾਣੀ ਸੁਣਾਈ ਗਈ, ਉਹਨੂੰ ਉਹਦੀ ਜਮ ਫਾਸੀ ਜਿਹੜੀ ਕੱਟੀ ਗਈ। ਜਮਾਂ ਵਿੱਚ ਗਰਸਿਆ ਹੋਇਆ ਸੀ ਪਰ ਉਹਦਾ ਜਮਾਂ ਤੋਂ ਨਿਸਤਾਰਾ ਹੋ ਗਿਆ, ਸੌਖੀ ਜਾਨ ਨਿਕਲ ਗਈ, ਸਹਿਜੇ ਜਾਨ ਨਿਕਲ ਗਈ। ਔਰ ਭਾਈ ਸਾਹਿਬ ਇੱਥੇ ਬਾਣੀ ਦੇ ਮਹੱਤਵ ਦੀ ਗੱਲ ਕਰਦੇ ਨੇ, ਨਾਲ ਨਾਲ ਕਹਿੰਦੇ ਨੇ ਅਸੀਂ ਤਾਂ ਉਹ ਨਹੀਂ ਜੰਮ ਦੇਖੇ, ਪਰ ਉਹ ਵਾਰ-ਵਾਰ ਕਹਿੰਦਾ ਸੀ ਬਨੇਰੇ ਤੇ ਆ ਕੇ ਬਹਿ ਜਾਂਦੇ ਨੇ, ਦੰਦੀਆਂ ਕਰੀਚਦੇ ਨੇ, ਕਹਿੰਦੇ ਨੇ ਉਹਨੂੰ ਕੁਛ ਦੱਸਦਾ ਹੋਏਗਾ ਤਾਂ ਹੀ ਕਹਿੰਦਾ ਸੀ, ਤਾਂ ਹੀ ਡਰਦਾ ਸੀ, ਤਾਂ ਹੀ ਚੀਕਾਂ ਮਾਰਦਾ ਸੀ। ਤੇ ਜਿਹੜੇ ਲੋਕ ਕਹਿੰਦੇ ਨੇ ਕਿ ਜੋ ਦਿਸਦਾ ਨਹੀਂ ਉਹ ਹੁੰਦਾ ਨਹੀਂ, ਉਹਨਾਂ ਨੂੰ ਇੱਕੋ ਇੱਕ ਜਵਾਬ ਹੈ, ਉਹ ਕਹਿੰਦੇ ਪਰਮਾਤਮਾ ਦਿਸਦਾ ਨਹੀਂ, ਪਰਮਾਤਮਾ ਵੀ ਫਿਰ ਹੈ ਨਹੀਂ। ਨਾਸਤਿਕ ਬਿਰਤੀ ਵਾਲੇ ਬਣ ਜਾਂਦੇ ਨੇ। ਤੇ ਦੁਨੀਆ ਜਿੰਨਾ ਕੁਛ ਸਾਨੂੰ ਦਿਸਦਾ ਹੈ ਨਾ, ਉਦੋਂ ਬਹੁਤ ਕੁਛ ਜ਼ਿਆਦਾ ਹੈ ਜਿਹੜਾ ਨਹੀਂ ਦਿਸਦਾ। ਤੁਹਾਡੀ ਇੱਕ ਪਹੁੰਚ ਹੈ, ਉਸ ਪਹੁੰਚ ਦੇ ਵਿੱਚ ਜਿਹੜੀ ਚੀਜ਼ ਆਉਂਦੀ ਤੁਸੀਂ ਉਹ ਦੇਖ ਸਕਦੇ ਹੋ। ਆਵਾਜ਼ ਵੀ ਤੁਸੀਂ ਉਹ ਸੁਣ ਸਕਦੇ ਜਿਹੜੀ ਉਹਦੀ ਪਹੁੰਚ ਆ ਜਾਏ। ਬਹੁਤ ਉੱਚੀ ਆਵਾਜ਼ ਵੀ ਨਹੀਂ ਸੁਣ ਸਕਦੇ ਤੁਸੀਂ, ਕੰਨਾਂ ਦੀ ਸਮਰੱਥਾ ਨਹੀਂ ਹੈ ਇੱਕ ਉੱਚੀ ਆਵਾਜ਼ ਤੋਂ ਜ਼ਿਆਦਾ ਸੁਣਦੀ। ਬਹੁਤ ਨੀਵੀਂ ਆਵਾਜ਼ ਵੀ ਨਹੀਂ ਸੁਣ ਸਕਦੇ। ਜੋ ਤੁਹਾਡੇ ਵਿੱਚ ਆ ਜਾਂਦਾ ਸੰਤੁਲਿਤ ਹੋ ਕੇ ਆਉਂਦਾ ਹੈ। ਤੁਸੀਂ ਇਹ ਮਨੁੱਖ ਦੀ ਸੇਫਟੀ ਦੇ ਲਈ, ਸੁਰੱਖਿਆ ਦੇ ਲਈ ਇਹ ਤੰਤਰ ਰੱਖਿਆ ਕੁਦਰਤ ਵੱਲੋਂ। ਪਰ ਸੂਖਮ ਚੀਜ਼ਾਂ ਹਨ, ਪਰ ਦਿਸਦੀਆਂ ਉਦੋਂ ਹੀ ਨੇ ਜਦੋਂ ਆਪਣਾ ਆਪ ਦਿਖਾਉਣਾ ਚਾਹੁੰਦੀਆਂ ਨੇ। ਮਰਨ ਵਾਲੇ ਨੂੰ ਤਾਂ ਫਿਰ ਜਿਹਨੇ ਆਪ ਸੂਖਮ ਹੋ ਜਾਣਾ ਹੈ, ਹੁਣ ਉਹਨੂੰ ਤਾਂ ਸੂਖਮ ਚੀਜ਼ਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਦੇ ਨਾਲ ਡਰ ਵੀ ਪੈਦਾ ਹੁੰਦਾ ਹੈ, ਉਹਦੇ ਨਾਲ ਤਰਾਸ ਵੀ ਪੈਦਾ ਹੁੰਦਾ ਹੈ। ਪਰ ਸੂਖਮ ਚੀਜ਼ਾਂ ਜੇ ਤੁਸੀਂ ਚੰਗੇ ਕਰਮ ਕੀਤੇ ਨੇ, ਫਿਰ ਜਦੋਂ ਸੂਖਮ ਦਿਸਦਾ ਹੈ, ਚੰਗਾ ਦਿਸਦਾ ਹੈ, ਫਿਰ ਉੱਥੇ ਆਨੰਦ ਵੀ ਪੈਦਾ ਹੁੰਦਾ ਹੈ। ਸੋ ਭਾਈ ਸਾਹਿਬ ਨੇ ਇਸ ਚੈਪਟਰ ਦੇ ਅਣਡੁੱਠੀ ਦੁਨੀਆ ਦੇ ਵਿੱਚ ਹੋਰ ਵੀ ਬੜੇ ਖੁਲਾਸੇ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਕੀਤੇ ਨੇ। ਸਤਿਗੁਰੂ ਦੀ ਬਾਣੀ ਨਾਲ ਜੁੜ ਕੇ ਕੀਤੀ, ਇੱਕ ਇੱਕ ਗੱਲ ਸਤਿਗੁਰੂ ਬਾਣੀ ਦਾ ਹਵਾਲਾ ਦੇ ਕੇ ਕੀਤਾ ਹੈ। ਅਣਡਿੱਠੀ ਦੁਨੀਆ ਕਿਤਾਬ ਵੀ ਜ਼ਰੂਰ ਪੜ੍ਹਿਓ ਤਾਂ ਕਿ ਤੁਹਾਡਾ ਵਿਸ਼ਵਾਸ ਵੱਜੇ ਕਿ ਜੋ ਕੁਛ ਦਿਸਦਾ ਇਹ ਕੁਛ ਹੀ ਨਹੀਂ ਹੈ, ਇਦੋਂ ਪਰੇ ਵੀ ਬਹੁਤ ਕੁਛ ਹੈ। ਇਦੋਂ ਪਰੇ ਇੰਨਾ ਕੁਛ ਹੈ ਕਿ ਉਹ ਤੁਹਾਡੀ ਪਹੁੰਚ ਦੇ ਵਿੱਚ ਨਹੀਂ। ਬਿਲਕੁਲ ਇਹ ਜਿਹੜਾ ਪੂਰਾ ਬ੍ਰਹਮੰਡ ਹੈ ਇਹਦੇ 'ਚ ਇੱਦਾਂ ਹੈ ਕਿ ਜਿੱਦਾਂ ਸਮੁੰਦਰ ਦੇ ਵਿੱਚ ਗਲੇਸ਼ੀਅਰ ਹੁੰਦਾ ਨਾ, ਜਿੰਨਾ ਉਹ ਦਿਸ ਰਿਹਾ ਹੁੰਦਾ ਗਲੇਸ਼ੀਅਰ, ਉਦੋਂ ਘੱਟੋ ਘੱਟ 10ਵਾਂ ਹਿੱਸਾ ਜ਼ਿਆਦਾ ਜਾਂ 100ਵਾਂ ਹਿੱਸਾ ਜ਼ਿਆਦਾ ਵੀ ਸਮੁੰਦਰ ਦੀ ਤਹਿ ਵਿੱਚ ਹੁੰਦਾ ਹੈ। ਬਰਫ਼ ਦਾ ਤੋਦਾ, ਗਲੇਸ਼ੀਅਰ ਬਰਫ਼ ਦਾ ਵੱਡਾ ਤੋਦਾ। ਸੋ ਉੱਦਾਂ ਹੀ ਬ੍ਰਹਿਮੰਡ ਦੀ ਰਚਨਾ ਹੈ ਗਲੇਸ਼ੀਅਰ ਦੇ ਵਾਂਗ ਹੀ। ਜੋ ਦਿਸਦਾ ਹੈ ਉਹ ਸਥੂਲ, ਜੋ ਨਹੀਂ ਦਿਸਦਾ ਉਹ ਸੂਖਮ। ਪਰ ਸੂਖਮ ਚੀਜ਼ਾਂ ਤੁਹਾਡੇ ਤੇ ਉੱਦਾਂ ਹੀ ਅਸਰ ਕਰਦੀਆਂ ਨੇ ਜਿੱਦਾਂ ਸਥੂਲ ਚੀਜ਼ਾਂ ਕਰਦੀਆਂ ਨੇ, ਤੇ ਕਈ ਵਾਰੀ ਸਥੂਲ ਚੀਜ਼ਾਂ ਨਾਲ ਜ਼ਿਆਦਾ ਸੂਖਮ ਚੀਜ਼ਾਂ ਅਸਰ ਕਰ ਦਿੰਦੀਆਂ ਨੇ।
ਤਾਂ ਹੀ ਮਾਨਸਿਕ ਵਿਕਾਰ ਵੀ ਪੈਦਾ ਹੁੰਦੇ ਨੇ। ਮਨ ਨਹੀਂ ਦਿਸਦਾ, ਆਤਮਾ ਨਹੀਂ ਦਿਸਦੀ, ਸਰੀਰ ਦਿਸਦਾ ਹੈ, ਪਰ ਮਨ ਤੇ ਆਤਮਾ ਅਸਰ ਤਾਂ ਕਰਦੇ ਨੇ ਨਾ। ਮਨ ਤੁਹਾਨੂੰ ਦੌੜ ਰਿਹਾ ਮਨ ਦੇ ਨਾਲ, ਤੁਸੀਂ ਮਨ ਦੇ ਨਾਲ ਦੌੜ ਰਿਹਾ। ਭਾਈ ਸਾਹਿਬ ਜੀ ਨੇ ਇਹਦੇ ਵਿੱਚ ਅਣਡਿੱਠੀ ਦੁਨੀਆ ਦੇ ਵਿੱਚ ਇਹ ਗੱਲ ਕੀਤੀ ਹੈ, ਨਾਲ ਆਖਿਆ ਕਿ ਨਾਮ ਜਪੋਗੇ, ਬਾਣੀ ਨਾਲ ਜੁੜੋਗੇ, ਚੰਗੇ ਕਰਮ ਕਰੋਗੇ ਤਾਂ ਅੰਤ ਵੀ ਜਿਹੜਾ ਆ ਸਹਿਲਾ ਮਰਨਾ ਹੋਏ ਵਾਲਾ ਹੋਏਗਾ। ਇन्हीं ਸ਼ਬਦਾਂ ਦਾ ਖਿਮਾ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।